बिस्मिल्लाहिर्रहमानिर्रहीम। अस्सलाम वालेकुम चा सर। वालेकुम सलाम सर जी की हाल है? अल्लाह दा शुक्र तबीयत से ठीक है? अल्हम्दुलिल्लाह माशाल्लाह। पहले भी अपनी गुफ्तगू ਹੁੰਦੀ ਰਹੀ ਹੈ जी जी ਉਹ ਆਪਣੀ ਜ਼ਾਤੀ ਮਾਮਲਾਤ ਤੇ ਸੀਗੀ जी जी ਤੇ ਕੁਝ ਯਾਦਾਂ ਅਸੀਂ ਸ਼ੇਅਰ ਕੀਤੀਆਂ। जी जी ਹੁਣ ਅਸੀਂ ਡੇਰੇ 'ਚ ਆਏ ਹਾਂ ਤੇ ਤੁਹਾਡੇ ਤਜਰਬਾਤ ਤੋਂ ਅਸੀਂ ਚਾਹ ਰਹੇ ਹਾਂ ਕਿ ਅਸੀਂ ਵੀ ਫਾਇਦਾ ਚੁੱਕੀਏ, ਸਾਡਾ ਮਹਿਕਮਾ ਵੀ ਔਰ ਬਾਕੀ ਮਵੇਸ਼ੀ ਪਾਲ ਹਜ਼ਰਾਤ ਵੀ ਫਾਇਦਾ ਚੁੱਕਣ। ਤੇ ਉਹਦੇ ਵਾਸਤੇ ਸਰ ਤੁਸੀਂ ਮਾਸ਼ਾਅੱਲਾ ਕਿੱਥੋਂ ਸਟਾਰਟ ਲਿਆ, जी जी ਕਿੰਨਾ ਅਰਸਾ ਹੋ ਗਿਆ ਇਹ ਜਾਨਵਰਾਂ ਵਾਲਾ ਕੰਮ ਕਰਦਿਆਂ ਤੇ ਇਹਦਾ ਕੀ ਫਾਇਦਾ ਹਾਸਲ ਹੋਇਆ ਤੁਹਾਨੂੰ? ਇਹਦਾ ਫਾਇਦਾ ਸਰ ਇਹ ਹੋਇਆ ਜਦੋਂ ਬਾਪ ਦਾਦੇ ਦਾ ਦੌਰ ਸੀ ਉਦੋਂ ਤਾਂ ਇੱਕ ਅੱਧਾ ਜਾਨਵਰ ਸੀ। ਹੁਣ ਤਾਂ ਮਾਸ਼ਾਅੱਲਾ ਮੈਂ 30-35 ਜਾਨਵਰ ਰੱਖੇ ਆ। ਮਾਸ਼ਾਅੱਲਾ, ਵੈਰੀ ਗੁੱਡ, ਜ਼ਿੰਦਾਬਾਦ। ਜੀ ਹਾਂ, ਇਹਨਾਂ ਦੀ ਖੁਰਾਕ ਦੇ ਬਾਰੇ, ਇਹਨਾਂ ਦੀ ਪਰਵਰਿਸ਼ ਦੇ ਬਾਰੇ ਮਿਸਾਲ ਅੱਛੀ ਖੁਰਾਕ ਪਾਣੇ, ਇਹਨਾਂ ਨੂੰ ਦਲੀਆ ਪਾਣੇ ਆ, ਵੰਡਾ ਪਾਣੇ ਆ। ਵੈਰੀ ਗੁੱਡ। ਜਿਹੜੇ ਜਾਨਵਰ ਸੂਣੇ ਤੇ ਤਿਆਰ ਆ ਉਹਨਾਂ ਵਾਸਤੇ ਸਪੈਸ਼ਲ ਦਲੀਏ ਦੇ ਵਿੱਚ ਘਿਓ ਪਾ ਕੇ ਨਾ ਜੀ ਅੱਛਾ 10 ਕੀ ਦਿਨ ਉਹਨਾਂ ਨੂੰ 2-3 ਕਿਲੋ ਘਿਓ ਜ਼ਰੂਰ ਦਿੰਦੇ। ਅੱਛਾ। ਉਹ ਜਦੋਂ ਬੱਚਾ ਦਿੰਦੀ ਹੈ ਨਾ, ਜਾਨਵਰ ਮੱਝ ਹੋਵੇ ਜਾਂ ਗਾਂ ਹੋਵੇ, ਉਹਦੀ ਆਸਾਨੀ ਪੈਦਾ ਹੋ ਜਾਂਦੀ ਆਸਾਨੀ ਹੈ ਹੋ ਜਾਂਦੀ ਬੱਚਾ ਦੇਣੇ ਵਾਸਤੇ। ਹੈ। ਉਹਦੇ ਨਾਲ ਇਹ ਹਵਾਨਾ ਥੋੜ੍ਹੀ ਵੀ ਖੁੱਲਾ ਤਾਕਤ ਵੀ ਆ ਜਾਂਦੀ। ਤਾਕਤ ਵੀ ਆ ਜਾਂਦੀ, ਹਵਾਨਾ ਵੀ ਖੁੱਲਾ ਕਰਦੀ ਆ। ਇੱਧਰ ਆ ਜਾਓ। ਹਾਂ, ਉਹਦੇ ਨਾਲ ਨਾ ਜੀ ਤਾਕਤ ਵੀ ਆਉਂਦੀ ਤੇ ਹਵਾਨਾ ਵੀ ਬੜਾ ਨਹੀਂ ਆ, ਔਰ ਦੁੱਧ ਦੀ ਤਾਕਤ ਵੀ ਜ਼ਿਆਦੀ ਹੋ ਜਾਂਦੀ ਹੈ, ਜਾਨਵਰ ਵੀ ਅੱਛਾ ਹੋ ਜਾਂਦਾ, ਪਲ ਜਾਂਦਾ ਵਾ। ਸੋ ਸਭ ਇਹ ਸੌਣ ਤੋਂ ਕਿੰਨਾ ਅਰਸਾ ਪਹਿਲੇ ਜਾਨਵਰ ਤਿਆਰ ਕਰਨਾ ਚਾਹੀਦਾ? ਤੁਹਾਡਾ ਕੀ ਤਜਰਬਾ ਹੈ? ਮੇਰਾ ਤਜਰਬਾ ਇਹ ਆ ਸਰ ਕਿ 20 ਦਿਨ ਪਹਿਲੇ ਜਿਹੜੀ ਡੇਟ ਲਿਖੀ ਆ ਨਾ, ਉਸ ਤੋਂ 20 ਦਿਨ ਪਹਿਲੇ ਵੀ ਡੇਟ ਮੁੱਕਣ ਤੋਂ ਪਹਿਲੇ ਉਹਨੂੰ ਘਿਓ ਦੇਣਾ ਚਾਹੀਦਾ ਲਾਜ਼ਮੀ। ਫੀ ਜਾਨਵਰ 5 ਕਿਲੋ। ਜਿਹੜੀ ਆਸਟ੍ਰੇਲੀਆ ਦੀ ਗਾਂ ਨੂੰ 5 ਕਿਲੋ ਕਮ ਸੇ ਕਮ, ਆਸਟ੍ਰੇਲੀਆ ਦੀ ਗਾਂ ਆਸਟ੍ਰੇਲੀਆ ਵਾਲੀ ਮੱਝ ਨੂੰ ਵੀ ਇਸੇ ਤਰ੍ਹਾਂ। ਬਾਕੀ ਆ ਦੇਸੀ ਮੇਸੀ ਤਾਂ ਇਹਦੇ ਜੀ ਕਿਲੋ 2 ਤੇ ਕੰਮ ਚਲਾ ਲੈਣੇ ਆ। ਜੀ ਇੱਕ ਤੇ ਇਹ ਦੇਣਾ ਚਾਹੀਦਾ, ਘੀ ਦੇਣਾ ਚਾਹੀਦਾ, ਡਾਲਡਾ ਘੀ। डाल्टा जी, हूँ देसी वाला तो काम ही खत्म वैसे अगर देसी हो जाते और क्या ही बात है, सोने ते सुहागा है। सारे नो बेस्ट है। अच्छा, ਇਹ ਜਿਹੜਾ ਅਸੀਂ ਦੁੱਧ ਖੁਸ਼ਕ ਕਰਵਾਉਂਦੇ ਆ ਜਾਨਵਰ ਦਾ ਸੌਣ ਤੋਂ ਪਹਿਲੇ, ਇਹ ਕਰਵਾਉਣਾ ਚਾਹੀਦਾ ਜਾਂ ਨਹੀਂ ਕਰਵਾਉਣਾ ਚਾਹੀਦਾ? ਇਹ ਕਰਾਉਣਾ ਚਾਹੀਦਾ ਸਰ। ਇਹਦਾ ਕੀ ਫਾਇਦਾ ਸਰ? ਇਹਦਾ ਫਾਇਦਾ ਕਿ ਜਿਹੜੀ ਆਸਟ੍ਰੇਲੀਆ ਦੀ ਗਾਂ ਆ ਨਾ ਸਰ, ਜੇ ਦੇ ਦਿਨ ਅੱਜ ਪੂਰੇ ਆ ਨਾ, ਇਹ ਸ਼ਾਮ ਨੂੰ ਚੋਲੋ ਤੇ ਸਵੇਰੇ ਸੂ ਪੈਂਦੀ। ਬਿਲਕੁਲ। ਫਿਰ ਅਗਲਾ ਸੂਆ ਤਾਂ ਉਹਦਾ ਫਿਰ ਜੇ ਕਮਜ਼ੋਰ ਹੋਏਗੀ ਤਾਂ ਦੁੱਧ ਕੀ ਦੇਗੀ? ਦੁੱਧ ਕੀ ਦੇਗੀ? ਉਹ ਦੁੱਧ ਨਹੀਂ ਦਿੰਦੀ, ਕਿਉਂਕਿ ਉਹਨੂੰ ਲਾ 2-3 ਮਹੀਨੇ ਪਹਿਲੇ ਖੁਸ਼ਕ ਕਰਵਾ ਲਾਂਗੇ ਤੇ ਉਹ ਜਿਹੜੀ ਉਹਦੀ એનર્ਜੀ ਹੈ ਉਹ ਸੇਫ ਹੋ ਜਾਏਗੀ, ਉਹਦੇ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਔਰ ਅਗਲਾ ਸੂਆ ਔਰ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਸਾਨੂੰ ਪ੍ਰੋਡਿਊਸ ਕਰਕੇ ਦੇ। ਬਿਲਕੁਲ। ਜੇ 5 ਕਿਲੋ ਦਿੰਦੀ ਤੇ ਆਂਦੇ ਸੂਏ 7-8 ਕਿਲੋ ਦੇਗੀ। ਹਾਂ, ਜੇ ਉਹਦਾ ਦੁੱਧ ਖੁਸ਼ਕ ਨਹੀਂ ਕਰਾਂਗੇ ਤਾਂ ਉਹ ਤਾਂ ਫਿਰ ਉਹ 2-2.5 ਕਿਲੋ ਤੋਂ ਮੁੜੇ। ਅੱਛਾ, ਵੰਡਾ ਛੰਡਾ ਕੋਈ ਹੈ ਤਰਤੀਬ? ਹਾਂ, ਵੰਡਾ ਪਾਣੇ। ਵੰਡਾ ਸੀ ਜੀ 24 ਨੰਬਰ ਨਾ 5 ਨੰਦ ਵੰਡਾ ਪਾਣੇ ਆ ਦੁੱਧ ਵਾਲਾ। ਅੱਛਾ ਜੀ। ਜਿਹੜੀਆਂ ਗਾਈਆਂ ਦੁੱਧ ਦਿੰਦੀ ਕਿੰਨਾ ਪਾਉਂਦੇ ਹੋ? ਤਕਰੀਬਨ ਫੀ ਗਾਂ ਨੂੰ ਜੀ 2 ਕਿਲੋ। ਅੱਛਾ, ਇੱਕ ਟਾਈਮ ਦਾ 4 ਕਿਲੋ ਦੇਣੇ। ਵੈਰੀ ਗੁੱਡ। ਉਹਦੇ ਨਾਲ ਸਭ ਚਾਰਾ ਕਿੰਨਾ ਕੁ ਹੁੰਦਾ ਸਰ? ਸਭ ਚਾਰਾ ਬਥੇਰਾ ਪਾਣੇ ਆ ਜੀ, ਜਿੰਨਾ ਕੀ ਹੋਇਆ ਨਾ ਜੋ ਟੋਕਟਾ ਤੂੜੀ ਵਗੈਰਾ ਤੂੜੀ ਵੀ ਪਾਣੇ ਆ ਮਿਕਸ ਕਰਕੇ। ਤਿੰਨਾਂ ਚੀਜ਼ਾਂ ਜਦੋਂ ਮਿਕਸ ਹੋ ਜਾਂਦੀਆਂ ਨੇ ਇੱਕ ਮੁਤਵਾਜ਼ਨ ਖੁਰਾਕ ਦਾ ਹਮੇਸ਼ਾ ਬਣ ਜਾਂਦਾ ਹੈ। ਵੈਸੇ ਅਸੂਲ ਇੱਕ ਇਹ ਯਾਦ ਰੱਖੋ ਸਰ, 3 ਲੀਟਰ ਦੁੱਧ ਜਿਹੜਾ ਵੀ ਜਾਨਵਰ ਦਿੰਦਾ ਹੈ, ਕਿਤਾਬਾਂ 'ਚ ਇਹੀ ਲਿਖਿਆ ਉਹਨੂੰ ਜ਼ਰੂਰਤ ਨਹੀਂ ਵੰਡੇਗੀ, ਲੇਕਿਨ ਮੈਂ ਕਹਿੰਦਾ ਉਹਨੂੰ ਦਿਓ। ਬਿਲਕੁਲ ਦਿਓ, ਠੀਕ ਹੈ। ਉਹ ਕਹਿੰਦੇ ਨੇ 3 ਲੀਟਰ ਤੋਂ ਉੱਤੇ ਜਿਹੜਾ ਆਏਗਾ ਨਾ 3 ਲੀਟਰ ਮਜ਼ੀਦ, ਉਹਦੇ ਉੱਤੇ 1 ਕਿਲੋ ਵੰਡਾ ਉਹਦਾ ਹੱਕ ਬਣਦਾ, ਉਹਦਾ ਹੱਕ ਬਣਦਾ। ਮੈਂ ਕਹਿੰਦਾ ਨਹੀਂ ਜੀ, ਪਹਿਲੇ 3 ਲੀਟਰ ਤੇ ਵੀ ਉਹਨੂੰ 1 ਕਿਲੋ ਵੰਡਾ ਦਿਓ, ਅਗਲੇ 3 ਲੀਟਰ ਤੇ ਵੀ 1 ਕਿਲੋ ਵੰਡਾ ਦਿਓ। ਜਿਹੜਾ ਜਾਨਵਰ 6 ਲੀਟਰ ਤੁਹਾਨੂੰ ਦੇ ਰਿਹਾ ਉਹਨੂੰ 2 ਕਿਲੋ ਵੰਡਾ ਦੇਣਾ ਚਾਹੀਦਾ। ਬਿਲਕੁਲ, ਇਹ ਮੇਰਾ ਜ਼ਾਤੀ ਤਜਰਬਾ ਹੈ। ਔਰ ਉਹ ਸਵੇਰ ਸ਼ਾਮ ਡਿਵਾਈਡ ਕਰਕੇ ਦੇਣਾ ਚਾਹੀਦਾ। ਜਿੰਨਾ ਦੁੱਧ ਜ਼ਿਆਦਾ ਦੇਵੇ ਉਨਾ ਜ਼ਿਆਦਾ ਉਹਨੂੰ ਵੰਡਾ ਦਿਓ, ਨਾਲ ਸਬ ਚਾਰਾ ਵੀ ਦਿਓ, ਤੂੜੀ ਵੀ ਦਿਓ। ਇਸ ਤੋਂ ਇਲਾਵਾ ਨਮਕ ਦਾ ਢੇਲਾ ਜ਼ਰੂਰੀ ਹੈ। ਅੱਛਾ ਸਰ, ਇਹਦੇ ਚੋਂ ਇਹ ਸਾਰੇ ਜਾਨਵਰਾਂ ਵਾਲੇ ਕੰਮ ਤੋਂ ਮਾਸ਼ਾਅੱਲਾ ਕੋਈ ਜ਼ਮੀਨ ਬਣਾਈ, ਕੋਈ ਮਕਾਨ ਬਣਾਇਆ, ਕੋਈ ਸ਼ਾਦੀਆਂ ਬੱਚੇ ਦੀਆਂ ਕੀਤੀਆਂ, ਕੀ ਖਟਿਆ, ਕੀ ਪਾਇਆ, ਕੀ ਖੋਇਆ? ਮਾਸ਼ਾਅੱਲਾ ਜੀ, ਅਸੀਂ ਤਾਂ ਕਿ ਸਾਡੇ ਬਰੀਡਰਾਂ ਵਾਸਤੇ ਇੱਕ ਮੋਟੀਵੇਸ਼ਨ ਹੋਏ। ਇਹਨਾਂ ਜਾਨਵਰਾਂ ਚੋਂ ਸਾਰਾ ਕੁਝ ਖਟਿਆ ਸਰ ਜੀ। ਮੈਂ 1 ਸਾਲ ਦੇ ਵਿੱਚ ਨਾ 6 ਵਿਗੇ ਜ਼ਮੀਨ ਮੁੱਲ ਲਈ, ਮਾਸ਼ਾਅੱਲਾ, ਜਾਨਵਰ ਵੇਚ ਕੇ ਲਈ, ਮਾਸ਼ਾਅੱਲਾ। ਉਹੀ ਜ਼ਮੀਨ ਦੀ ਖੱਟੀ ਜਾਨਵਰਾਂ ਤੇ ਲਾਣੇ ਤੇ ਇਹਨਾਂ ਦੀ ਖੱਟੀ ਅਸੀਂ ਇੱਥੇ ਲਾਈ, ਜ਼ਮੀਨ ਤੇ ਲਾਈ। ਜ਼ਬਰਦਸਤ। ਇਹ ਹੁਣ ਜਿਹੜੀ ਗਾਂ ਖੜੀ ਆ ਮਾਸ਼ਾਅੱਲਾ ਸਰ, ਇਹ 30 ਕਿਲੋ ਦੁੱਧ ਦਿੰਦੀ ਆ। ਹੁਣ ਇਹਨੂੰ ਨਾ 9ਵਾਂ ਮਹੀਨਾ। ਅੱਛਾ। 15 ਕਿਲੋ ਟਾਈਮ ਦਾ, ਮਾਸ਼ਾਅੱਲਾ। ਇਹਦੀ ਹੁਣ ਮੈਨੂੰ ਕੀਮਤ ਆਫਰ ਹੋ ਰਹੀ 6 ਲੱਖ ਰੁਪਈਆ। ਮੈਂ 6 ਲੱਖ ਵਾਲਾ ਕੰਮ ਚੰਗਾ ਵਾ ਕਿ ਮੈਨੂੰ ਹੋਰ ਵਾਹੀ ਵਾਲਾ ਕੰਮ ਚੰਗਾ ਵਾ? ਮੈਨੂੰ ਜਾਨਵਰਾਂ ਵਾਲਾ ਕੰਮ ਚੰਗਾ। ਮਾਸ਼ਾਅੱਲਾ, ਮਾਸ਼ਾਅੱਲਾ।
ਇਹਦੇ ਵਾਸਤੇ ਕੀ ਖੁਰਾਕ ਹੈ ਸਰ? ਇਹਦੇ ਵਾਸਤੇ ਖੁਰਾਕ ਮੈਂ ਇਹਨੂੰ ਸਰ ਚੰਗੀ ਪਾਣਾ, ਇਹਨੂੰ ਵੰਡਾ ਤਕਰੀਬਨ ਮੈਂ ਹੁਣ ਵੀ 3 ਕਿਲੋ ਪਾਣਾ ਪਿਆ ਵੈਰੀ ਗੁੱਡ। ਟਾਈਮ ਦਾ 6 ਕਿਲੋ ਵੰਡਾ ਖਾਂਦੀ ਹੈ। ਹੂੰ ਇਹਨੂੰ ਛੋੜੀ ਨੂੰ 10-15 ਦਿਨ ਹੋ ਗਏ ਆ। ਹੂੰ ਇਹ 20 ਦਿਨ ਕੱਢਦੀ ਆ। ਹੂੰ ਇਹ ਕੱਲ ਵੀ ਇੱਕ ਦੋਸਤ ਸੀਗਾ ਮੈਨੂੰ ਕਹਿੰਦਾ ਸੀ ਗਾਂ ਦੇ ਮੈਂ ਕਿਹਾ ਮੈਂ ਹਲੇ ਨਹੀਂ ਜਾਣਾ। ਇਹ 30 ਲੀਟਰ ਤੇ ਇੱਕ 24 ਘੰਟਿਆਂ ਦਾ ਦੁੱਧ ਦਿੰਦੀ ਹੈ। ਮਜ਼ੀਦ ਚੌ ਸਾਹਿਬ ਵੰਡਾ ਜਿਹੜਾ ਹੈ ਨਾ ਬਿਹਤਰ ਕਰ ਦਿਓ ਸਰ। ਪੇਟ ਦੇ ਕੀੜਿਆਂ ਵਾਲੇ ਅਮਰਾਜ਼ ਤੋਂ ਬਚਣ ਵਾਸਤੇ ਅਸੀਂ ਦਵਾਈ ਲੈ ਆਏ ਹਾਂ। ਠੀਕ ਹੈ ਰਿਆਜ਼ ਉਹ ਸਾਹਮਣੇ ਦਿਓ ਸਾਨੂੰ, ਅਸੀਂ ਚੌ ਸਾਹਿਬ ਦੇ ਹਵਾਲੇ ਵੀ ਕਰੀਏ ਤੇ ਆਪਣੀ ਨਿਗਰਾਨੀ 'ਚ ਇਸਤੇਮਾਲ ਕਰਾਈਏ। ਇਹ ਸਰ ਅਰਬਨ ਮੌਲ ਦਵਾਈ ਦਾ ਨਾਂ ਹੈ। ਠੀਕ ਹੈ ਸਰ। ਨਿਲਜ਼ਾਨ ਜਿਹੜੀ ਸਾਰੇ ਬਰੀਡਰਾਂ ਨੂੰ ਯਾਦ ਹੈ, ਇਹ ਉਹੀ ਚੀਜ਼ ਹੈ। ਠੀਕ ਹੈ ਸਰ। ਠੀਕ ਹੋ ਗਿਆ ਸਰ। ਇਹ ਬਹੁਤ ਹੀ ਜ਼ਬਰदस्त चीज़ है सर। ये इंशाल्लाह सुबह सुबह खाली पेट इस्तेमाल करवानी है सर। पेट दे कीड़े, जिगर दे कीड़े, फेफड़ियां दे कीड़े, ये सारियां दा इलाज है जी। ठीक है। ये वड्डे जानवर दी वड्डी गां ਇਹਦੀ 70-80 ਸੀਸੀ ਬਣਦੀ, ਲੇਕਿਨ ਗੱਬਣ ਨੂੰ ਨਹੀਂ ਦੇਣੀ। ਅੱਛਾ, ਗੱਬਣ ਨੂੰ ਨਹੀਂ ਦੇਣੀ। ਜਿਹੜਾ ਜਾਨਵਰ ਤਾਜ਼ਾ ਸੂਆ ਹੈ 1.5 ਮਹੀਨੇ ਤੱਕ ਉਹਨੂੰ ਵੀ ਨਹੀਂ ਦੇਣੀ। 1.5 ਮਹੀਨੇ ਦੇ ਬਾਅਦ ਦੇ ਸਕਦੇ। ਠੀਕ ਹੈ ਸਰ। ਇਹ ਜਿਨ੍ਹਾਂ ਨੂੰ ਇਹ ਪੂਰੀ ਹੋ ਜਾਏ ਇਹ ਕਰੋ। ਇਹ ਦਵਾਈ ਹੈ ਗੋਲੀਆਂ ਦੀ ਸੂਰਤ ਵਿੱਚ। ਕੋਈ ਜਾਨਵਰ ਅਗਰ ਪੀਣ ਵਿੱਚ ਪ੍ਰੋਬਲਮ ਕਰਦਾ ਹੈ, ਜੀ ਜੀ, ਆਸਾਨੀ ਨਹੀਂ ਹੁੰਦੀ, ਉਹਨੂੰ ਫਿਰ ਆਟੇ 'ਚ ਮਿਲਾ ਕੇ ਇਹ ਗੋਲੀਆਂ ਦੇ ਸਕਦੇ ਹੋ। ਲੀਵਰ ਨਾਰਮ ਸੇਮ ਚੀਜ਼ ਹੈ, ਇੱਕਾ ਚੀਜ਼ ਹੈ। ਠੀਕ ਹੈ ਸਰ। ਇਹ ਗੋਲੀ ਦੀ ਸ਼ਕਲ ਹੈ, ਇਹ ਪਿਲਾਉਣ ਵਾਲੀ ਦਵਾਈ ਹੈ। ਠੀਕ ਹੈ, ਠੀਕ ਹੋ ਗਿਆ। ਇਹ ਆਟੇ 'ਚ ਦੇਣੀ ਸਰ, ਇਹਦਾ ਵੀ ਉਹੀ ਕੰਮ ਹੈ। ਇਹ ਕਿੰਨਾ ਵਜ਼ਨ ਹੋਵੇ ਜੀ ਜਾਨਵਰ ਦਾ? 150 ਕਿਲੋ ਵਜ਼ਨ ਦੇ ਉੱਤੇ ਇੱਕ ਗੋਲੀ ਹੈ ਜੀ। ਅੱਛਾ, ਤਕਰੀਬਨ 3.25 ਮਣ ਬਣਦਾ ਹੈ। 3.5 ਮਣ ਵਾਲੇ ਇੱਕ ਦੇ ਸਕਦੇ ਹੋ ਤੁਸੀਂ। ਠੀਕ ਹੋ ਗਿਆ ਜੀ। ਇਹ ਫਿਰ ਦੂਸਰੀ ਖੁਰਾਕ ਕਿੰਨੇ ਦਿਨ? ਦੂਸਰੀ ਖੁਰਾਕ ਜਿਹੜੀ ਹੈ ਨਾ ਜੀ, ਹਰ 3 ਮਹੀਨੇ ਬਾਅਦ ਦੇਣੀ ਚਾਹੀਦੀ। ਇਹ ਜਿਹੜੀ ਇਹ ਵੀ ਠੀਕ ਹੈ। ਠੀਕ ਹੈ ਜੀ। ਹੁਣ ਫਰਜ਼ ਕੀਤਾ ਅਗਰ ਕਿਸੇ ਨੂੰ ਅੱਜ ਜਾਂ ਕੱਲ ਸਵੇਰ ਇਹ ਦਿਓਗੇ ਤੇ 3 ਮਹੀਨੇ ਬਾਅਦ ਤੁਸੀਂ ਇਹ ਦੇ ਦੇਣਾ। ਠੀਕ ਹੈ। ਅਗਰ ਉਹਨੂੰ ਕੱਲ ਇਹ ਦਿੱਤੀ ਹੈ ਤਾਂ 3 ਮਹੀਨੇ ਬਾਅਦ ਇਹ ਦੇ ਦੇ। ਜ਼ਰਾ ਸਾਲਟ ਵੀ ਚੇਂਜ ਹੋ ਜਾਏਗਾ। ਉਹਦੀ ਦਵਾਈ ਦਾ ਥੋੜਾ ਜਿਹਾ ਕੈਮੀਕਲ ਚੇਂਜ ਹੋ ਜਾਏਗਾ। असर ज्यादा बेहतर रहेगा। साल सर 4 दफा ये दवाई इस्तेमाल कराओ। ठीक है सर। जानवर और वैक्सीन गल घोट वाली रियाज हो गई ना जी? बिल्कुल हो। अल्हम्दुलिल्लाह। कोई जानवर रहते नहीं गया? बस गबना नहीं लाया जी, डॉक्टर साहब कहते नहीं लाना। बाकी वो तो बिल्कुल नजदीक है ना। वैसे दा मसला कोई नहीं होता, लेकिन असि एहतियात इस वास्ते जरूर करते हैं कि जी जानवर डरे ना, अबार्शन ना होवे। इस तो इलावा इंशाल्लाह मजीद आंदे रवांगे जी, इंशाल्लाह राब्ते च रवांगे। ठीक है सर। और जनाब दी खिदमत वास्ते अवेलेबल हाँ, दस्तयाब हाँ। जज़ाकल्लाहु खैर। अल्लाहुम्मा सल्ली अला मुहम्मद व आले मुहम्मद।